देखो, इस पड़ताल का मकसद किसी ते दोष लाना बिल्कुल नहीं है। सगों ये समझना है कि आखिर होया की। असी इक्को एक पर बहुत अहम हलके दी डाटा आधारित जांच करांगे ताकि लोकां दी सोच दियां डूंघियां लहरां नूं फड़ सकीए। ਇਹ ਜਾਣਨ ਲਈ ਕਿ ਵੋਟਰ ਕੀ ਸੋਚ ਰਿਹਾ ਸੀ ਅਤੇ ਨਤੀਜੇ ਅਜਿਹੇ ਕਿਉਂ ਆਏ। ਸਾਡੀ ਇਸ ਡੂੰਘੀ ਖੋਖ ਦਾ ਕੇਂਦਰ ਹੈ ਅਨੰਦਪੁਰ ਸਾਹਿਬ। ਇਹ ਸਿਰਫ ਇੱਕ ਨਕਸ਼ੇ ਤੇ ਥਾਂ ਨਹੀਂ, ਸਗੋਂ ਇਹ ਆਪਣੇ ਅੰਦਰ ਭਾਰਤੀ ਰਾਜਨੀਤੀ ਦੇ ਬਦਲਦੇ ਹੋਏ ਸਰੂਪ ਦੀ ਇੱਕ ਪੂਰੀ ਕਹਾਣੀ ਸਮੋਈ ਬੈਠਾ ਹੈ। ਇੱਥੋਂ ਦੇ ਮਿੱਟੀ, ਇੱਥੋਂ ਦੇ ਲੋਕ ਅਤੇ ਇੱਥੋਂ ਦੇ ਮਸਲੇ ਸੱਚ ਕਹਾਂ ਤਾਂ ਇਹ ਪੰਜਾਬ ਦੀ ਸਿਆਸਤ ਦਾ ਸ਼ੀਸ਼ਾ ਹਨ। 45,780 ਇਹ ਸਿਰਫ ਇੱਕ ਅੰਕੜਾ ਨਹੀਂ ਹੈ, ਇਹ 2022 ਦੀ ਹਾਰ ਦਾ ਫਰਕ ਹੈ ਅਤੇ ਇਹੀ ਉਹ ਨੰਬਰ ਹੈ ਜੋ ਸਾਡੀ ਜਾਂਚ ਦੇ ਬਿਲਕੁਲ ਕੇਂਦਰ ਵਿੱਚ ਹੈ, ਕਿਉਂਕਿ ਇਹ ਸਿਰਫ 5 ਸਾਲ ਪਹਿਲਾਂ ਮਿਲੀ ਜਿੱਤ ਤੋਂ ਬਿਲਕੁਲ ਉਲਟ ਤਸਵੀਰ ਪੇਸ਼ ਕਰਦਾ ਹੈ। ਇਹ ਇੱਕ ਬਹੁਤ ਵੱਡਾ, ਇੱਕ ਸਿਆਸੀ ਪੁਚਾਲ ਵਰਗਾ ਬਦਲਾਵ ਸੀ। ਤਾਂ ਫਿਰ ਸਵਾਲ ਇਹ ਉੱਠਦਾ ਹੈ ਕਿ ਇਹ ਹੁੰਦਾ ਕਿਵੇਂ ਹੈ? ਲਗਭਗ 24,000 ਵੋਟਾਂ ਦੀ ਇੱਕ ਪੱਕੀ ਜਿੱਤ ਸਿਰਫ ਇੱਕ ਚੋਣ ਦੇ ਫੇਰ ਵਿੱਚ ਲਗਭਗ 46,000 ਵੋਟਾਂ ਦੀ ਹਾਰ ਵਿੱਚ ਕਿਵੇਂ ਬਦਲ ਜਾਂਦੀ ਹੈ? ਇਹੀ ਉਹ ਬੁਝਾਰਤ ਹੈ ਜਿਸ ਨੂੰ ਅਸੀਂ ਇਸ ਵਿਸ਼ਲੇਸ਼ਣ ਵਿੱਚ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਆਓ ਸੁਰਾਗ ਲੱਭਣੇ ਸ਼ੁਰੂ ਕਰੀਏ। ਇਸ ਬੁਝਾਰਤ ਨੂੰ ਸੁਲਝਾਉਣ ਲਈ ਅਸੀਂ ਇੱਕ ਸਾਫ਼ ਰਾਸਤੇ ਤੇ ਚੱਲਾਂਗੇ। ਪਹਿਲਾਂ ਅਸੀਂ ਜ਼ਮੀਨੀ ਹਕੀਕਤਾਂ ਨੂੰ ਸਮਝਾਂਗੇ, ਫਿਰ ਚੋਣਾਂ ਦੇ ਅੰਕੜਿਆਂ ਦੀ ਡੂੰਘਾਈ 'ਚ ਜਾਵਾਂਗੇ। ਉੱਥੋਂ ਅਸੀਂ ਇਸ ਵੱਡੇ ਬਦਲਾਵ ਦੇ ਕਾਰਨਾਂ ਨੂੰ ਫਰੋਲਾਂਗੇ ਅਤੇ ਅੰਤ ਵਿੱਚ ਭਵਿੱਖ ਲਈ ਇੱਕ ਅਜਿਹਾ ਬਲੂਪ੍ਰਿੰਟ ਵੇਖਾਂਗੇ ਜੋ ਸਿਰਫ ਸਿਆਸਤ ਤੋਂ ਪਰੇ ਦੀ ਗੱਲ ਕਰਦਾ ਹੈ। ਸਭ ਤੋਂ ਪਹਿਲਾਂ ਆਓ ਇਸ ਹਲਕੇ ਨੂੰ ਸਿਰਫ ਇੱਕ ਚੋਣ ਮੈਦਾਨ ਵਜੋਂ ਨਹੀਂ, ਸਗੋਂ ਇੱਕ ਜਿਉਂਦੇ ਜਾਗਦੇ ਸਮਾਜ ਵਜੋਂ ਦੇਖੀਏ। ਇੱਥੋਂ ਦੇ ਲੋਕਾਂ ਦੇ ਅਸਲ ਮੁੱਦੇ ਕੀ ਹਨ, ਉਹਨਾਂ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਕੀ ਦਬਾਅ ਹਨ। ਆਓ ਜ਼ਮੀਨ ਦੀ ਨਬਜ਼ ਨੂੰ ਮਹਿਸੂਸ ਕਰੀਏ। ਤਾਂ ਫਿਰ ਇੱਥੇ ਕੌਣ ਰਹਿੰਦਾ? ਇਹ ਹਲਕਾ ਲਗਭਗ 2 ਲੱਖ ਵੋਟਰਾਂ ਦਾ ਘਰ ਹੈ। ਇੱਥੇ ਮੁੱਖ ਤੌਰ ਤੇ ਦਲਿਤ ਸਿੱਖ, ਜੱਟ ਸਿੱਖ ਅਤੇ ਖੇਤੀਬਾੜੀ ਨਾਲ ਜੁੜੇ OBC ਭਾਈਚਾਰੇ ਦੇ ਲੋਕ ਹਨ। ਅਤੇ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਇੱਥੇ ਜ਼ਿੰਦਗੀ ਖੇਤੀ ਦੇ ਦੁਆਲੇ ਹੀ ਘੁੰਮਦੀ ਹੈ। ਉਹੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ। ਇਸ ਲਈ ਸਭ ਤੋਂ ਵੱਡੀਆਂ ਚਿੰਤਾਵਾਂ ਵੀ ਜ਼ਮੀਨ ਨਾਲ ਹੀ ਜੁੜੀਆਂ ਹਨ। ਖੇਤੀ ਦਾ ਸੰਕਟ, ਨੌਜਵਾਨਾਂ ਲਈ ਨੌਕਰੀਆਂ ਦੀ ਘਾਟ ਅਤੇ ਆਪਣੀਆਂ ਜ਼ਮੀਨਾਂ ਖੁੱਸ ਜਾਣ ਦਾ ਡਰ, ਅਤੇ ਖੇਤਾਂ ਤੋਂ ਪਰੇ ਨਸ਼ਾਖੋਰੀ ਅਤੇ ਸਿੱਖਿਆ ਦਾ ਡਿੱਗਦਾ ਮਿਆਰ ਪਰਿਵਾਰਾਂ ਲਈ ਵੱਡੇ ਫਿਕਰ ਬਣੇ ਹੋਏ ਹਨ। ਅੱਛਾ, ਹੁਣ ਆਓ ਉਹਨਾਂ ਸਬੂਤਾਂ ਤੇ ਧਿਆਨ ਦਈਏ ਜਿਨ੍ਹਾਂ ਨੂੰ ਝੁਠਲਾਇਆ ਨਹੀਂ ਜਾ ਸਕਦਾ, ਯਾਨੀ ਕਿ ਚੋਣਾਂ ਦੇ ਨਤੀਜੇ। ਦੇਖੋ, ਅੰਕੜੇ ਕਦੇ ਝੂਠ ਨਹੀਂ ਬੋਲਦੇ, ਉਹ ਸਿਰਫ ਕਹਾਣੀ ਬਿਆਨ ਕਰਦੇ ਹਨ। ਆਓ ਦੇਖੀਏ ਕਿ ਇਹ ਅੰਕੜੇ ਕੀ ਕਹਾਣੀ ਸੁਣਾ ਰਹੇ ਹਨ। ਜ਼ਰਾ ਇਸ ਗ੍ਰਾਫ ਨੂੰ ਵੇਖੋ। ਇਹ 2 ਚੋਣਾਂ ਦਰਮਿਆਨ ਕਿਸਮਤ ਦੇ ਨਾਟਕੀ ਬਦਲਾਅ ਨੂੰ ਬਿਲਕੁਲ ਸਾਫ਼ ਦਰਸਾਉਂਦਾ ਹੈ। 2017 ਵਿੱਚ 23,881 ਵੋਟਾਂ ਦੀ ਜਿੱਤ ਅਤੇ ਸਿਰਫ 5 ਸਾਲ ਬਾਅਦ 2022 ਵਿੱਚ 45,780 ਵੋਟਾਂ ਦੀ ਵੱਡੀ ਹਾਰ। ਇਹ ਵੋਟਰਾਂ ਦੇ ਮੂਡ ਵਿੱਚ ਆਏ ਇੱਕ ਜ਼ਬਰਦਸਤ ਬਦਲਾਅ ਦਾ ਸਪਸ਼ਟ ਸਬੂਤ ਹੈ। ਆਓ 2022 ਦੇ ਨਤੀਜਿਆਂ ਨੂੰ ਥੋੜਾ ਹੋਰ ਗੌਰ ਨਾਲ ਵੇਖੀਏ। ਜੇਤੂ ਪਾਰਟੀ ਆਪ ਨੇ ਲਗਭਗ 58% ਵੋਟ ਹਾਸਲ ਕੀਤੇ, ਜੋ ਕਿ ਇੱਕ ਬਹੁਤ ਵੱਡੀ ਕਮਾਂਡਿੰਗ ਲੀਡ ਹੈ। ਦੂਜੇ ਪਾਸੇ ਕਾਂਗਰਸ ਨੂੰ ਲਗਭਗ 26% ਵੋਟ ਮਿਲੇ ਅਤੇ ਬਾਕੀ ਵੋਟਾਂ ਭਾਜਪਾ ਤੇ ਹੋਰਾਂ ਵਿੱਚ ਵੰਡੀਆਂ ਗਈਆਂ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਜਿੱਤ ਇੱਕ ਤਰਫਾ ਸੀ, ਫੈਸਲਾ ਬਿਲਕੁਲ ਸਪਸ਼ਟ ਸੀ। ਪਰ ਇੱਥੇ ਇੱਕ ਦਿਲਚਸਪ ਗੱਲ ਸਾਹਮਣੇ ਆਉਂਦੀ ਹੈ। ਜਦੋਂ ਅਸੀਂ ਪਿਛਲੇ 30 ਸਾਲਾਂ ਦੇ ਅੰਕੜਿਆਂ ਨੂੰ ਵੇਖਦੇ ਹਾਂ ਤਾਂ ਇੱਕ ਸਾਫ਼ ਪੈਟਰਨ ਦਿਸਦਾ ਹੈ। ਇਹ ਸੀਟ ਹਮੇਸ਼ਾ ਹੀ ਬਹੁਤ ਅਸਥਿਰ ਰਹੀ ਹੈ ਔਰ ਇੱਥੇ ਲਗਾਤਾਰ ਸੱਤਾ ਵਿਰੋਧੀ ਲਹਿਰ ਯਾਨੀ ਐਂਟੀ ਇਨਕੰਬੈਂਸੀ ਦੇਖਣ ਨੂੰ ਮਿਲੀ ਹੈ। ਹਰ 5-10 ਸਾਲ ਬਾਅਦ ਲੋਕਾਂ ਨੇ ਬਦਲਾਅ ਲਈ ਵੋਟ ਪਾਈ ਹੈ। ਇਸ ਲਈ 2022 ਦਾ ਵੱਡਾ ਬਦਲਾਅ ਭਾਵੇਂ ਬਹੁਤ ਵੱਡਾ ਸੀ, ਪਰ ਇਹ ਇੱਕ ਤਰ੍ਹਾਂ ਨਾਲ ਇਸ ਹਲਕੇ ਦੇ ਲੰਬੇ ਸਮੇਂ ਦੇ ਸੁਭਾਅ ਦਾ ਹੀ ਹਿੱਸਾ ਸੀ। ਹੁਣ ਤੱਕ ਅਸੀਂ ਦੇਖਿਆ ਹੈ ਕਿ ਕੀ ਹੋਇਆ। ਹੁਣ ਵਾਰੀ ਹੈ ਇਹ ਸਮਝਣ ਦੀ ਕਿ ਇਹ ਕਿਉਂ ਹੋਇਆ। ਆਓ ਸਾਰੇ ਸੁਰਾਗਾਂ ਨੂੰ ਆਪਸ ਵਿੱਚ ਜੋੜੀਏ ਅਤੇ ਇਸ ਹਾਰ ਦੀ ਪੂਰੀ ਐਨਾਟਮੀ ਨੂੰ ਸਮਝੀਏ। ਮੌਜੂਦਾ ਉਮੀਦਵਾਰ ਦਾ ਪ੍ਰੋਫਾਈਲ ਇੱਕ ਸਤਿਕਾਰਤ ਸੀਨੀਅਰ ਨੇਤਾ, ਇੱਕ ਵੱਡੇ ਸਿਆਸਤਦਾਨ ਜਾਂ ਐਲਡਰ ਸਟੇਟਸਮੈਨ ਦਾ ਸੀ। ਉਨ੍ਹਾਂ ਦਾ ਅਕਸ ਸਾਫ਼-ਸੁਥਰਾ ਸੀ ਅਤੇ ਸਮਾਜ ਵਿੱਚ ਉਨ੍ਹਾਂ ਦੀਆਂ ਜੜ੍ਹਾਂ ਡੂੰਘੀਆਂ ਸਨ। ਲੋਕ ਉਨ੍ਹਾਂ ਨੂੰ ਇੱਕ ਤਜਰਬੇਕਾਰ ਅਤੇ ਸਥਿਰ ਆਗੂ ਵਜੋਂ ਦੇਖਦੇ ਸਨ। ਪਰ ਇੱਥੇ ਇੱਕ ਵੱਡਾ ਪਾਣਾ ਸੀ। ਜਿੱਥੇ ਉਮੀਦਵਾਰ ਪਰੰਪਰਾ ਅਤੇ ਤਜਰਬੇ ਦੀ ਨੁਮਾਇੰਦਗੀ ਕਰ ਰਿਹਾ ਸੀ, ਉੱਥੇ ਨੌਜਵਾਨਾਂ ਦੀਆਂ ਚਿੰਤਾਵਾਂ ਬਿਲਕੁਲ ਵੱਖਰੀਆਂ ਸਨ। ਨੌਕਰੀਆਂ, ਚੰਗੀ ਸਿੱਖਿਆ ਅਤੇ ਨਸ਼ਿਆਂ ਦਾ ਖਾਤਮਾ ਪਹਿਲੀ ਵਾਰ ਵੋਟ ਪਾਉਣ ਵਾਲਿਆਂ ਲਈ ਇਹੀ ਫੈਸਲਾਕੁਨ ਮੁੱਦੇ ਸਨ। ਇੱਥੇ ਪੁਰਾਣੀ ਪੀੜ੍ਹੀ ਦੀ ਸਿਆਸਤ ਅਤੇ ਨਵੀਂ ਪੀੜ੍ਹੀ ਦੀਆਂ ਉਮੀਦਾਂ ਵਿੱਚ ਇੱਕ ਵੱਡਾ ਫਰਕ ਸਾਫ਼ ਦਿਖਾਈ ਦਿੰਦਾ ਹੈ। ਅਤੇ ਸੰਗਠਨ ਦੇ ਅੰਦਰ ਵੀ ਕਮਜ਼ੋਰੀਆਂ ਸਨ। ਤਾਕਤ ਇਹ ਸੀ
ਕਿ ਉਮੀਦਵਾਰ ਤਜਰਬੇਕਾਰ ਸੀ ਅਤੇ ਪਾਰਟੀ ਦਾ ਪੁਰਾਣਾ ਨੈਟਵਰਕ ਮੌਜੂਦ ਸੀ, ਪਰ ਕਮਜ਼ੋਰੀਆਂ ਜ਼ਿਆਦਾ ਭਾਰੀ ਪਈਆਂ। ਬੂਥ ਪੱਧਰ ਤੇ ਕਾਰਜਕਰਤਾ ਢਿੱਲੇ ਸਨ, ਵਿਰੋਧੀਆਂ ਦੇ ਮੁਕਾਬਲੇ ਫੰਡਿੰਗ ਘੱਟ ਸੀ ਅਤੇ ਸਭ ਤੋਂ ਵੱਡੀ ਗੱਲ, ਨੌਜਵਾਨਾਂ ਨਾਲ ਕੋਈ ਸਿੱਧਾ ਜੁੜਾਅ ਨਹੀਂ ਸੀ। ਜਦੋਂ ਤੁਸੀਂ ਸੱਤਾ ਵਿਰੋਧੀ ਲਹਿਰ ਦਾ ਸਾਹਮਣਾ ਕਰ ਰਹੇ ਹੋ ਤਾਂ ਇਹ ਅੰਦਰੂਨੀ ਕਮਜ਼ੋਰੀਆਂ ਫੈਸਲਾਕੁਨ ਸਾਬਿਤ ਹੁੰਦੀਆਂ ਹਨ। ਅਤੇ ਇਹ ਸਥਿਤੀ ਸਾਨੂੰ ਸਾਡੇ ਲੋਕਤੰਤਰ ਦੇ ਇੱਕ ਬੁਨਿਆਦੀ ਅਸੂਲ ਦੀ ਯਾਦ ਦਿਵਾਉਂਦੀ ਹੈ। ਜਨਤਕ ਭਾਸ਼ਣ ਯਾਨੀ ਸਿਆਸਤ ਵਿੱਚ ਬੋਲਚਾਲ ਇੱਕ ਵੱਡੀ ਜ਼ਿੰਮੇਵਾਰੀ ਨਾਲ ਆਉਂਦੀ ਹੈ। ਇਸ ਦਾ ਮਤਲਬ ਹੈ ਵੋਟਰਾਂ ਦੀ ਸੋਚ ਅਤੇ ਇੱਜ਼ਤ ਦਾ ਸਤਿਕਾਰ ਕਰਨਾ। ਇਹ ਬੋਲਣ ਅਤੇ ਸੁਣਨ ਦਾ ਦੋ-ਪਾਸੜ ਰਿਸ਼ਤਾ ਹੈ। ਜਦੋਂ ਇਹ ਰਿਸ਼ਤਾ ਟੁੱਟਦਾ ਹੈ, ਜਦੋਂ ਲੋਕ ਮਹਿਸੂਸ ਕਰਦੇ ਹਨ ਕਿ ਉਹਨਾਂ ਨੂੰ ਸੁਣਿਆ ਨਹੀਂ ਜਾ ਰਿਹਾ, ਤਾਂ ਫਿਰ ਨਤੀਜੇ ਖੁਦ ਬੋਲਦੇ ਹਨ। ਠੀਕ ਹੈ, ਸਮੱਸਿਆ ਦੀ ਪਹਿਚਾਣ ਤਾਂ ਹੋ ਗਈ, ਹੁਣ ਹੱਲ ਵੱਲ ਵਧਦੇ ਹਾਂ। ਭਰੋਸਾ ਦੁਬਾਰਾ ਕਿਵੇਂ ਬਣਾਇਆ ਜਾਵੇ? ਆਓ ਇੱਕ ਸਪਸ਼ਟ, ਡੇਟਾ ਆਧਾਰਿਤ ਰਣਨੀਤੀ ਦੀ ਰੂਪਰੇਖਾ ਵੇਖੀਏ ਜੋ ਅੱਗੇ ਦਾ ਰਸਤਾ ਦਿਖਾ ਸਕਦੀ ਹੈ। ਇੱਕ ਸਫਲ ਵਾਪਸੀ ਲਈ ਇੱਕ ਚਾਰ-ਪੱਖੀ ਰਣਨੀਤੀ ਦੀ ਲੋੜ ਹੈ। ਪਹਿਲਾ, ਚੋਣ ਮੋਰਚੇ ਤੇ ਖਿੰਡੇ ਹੋਏ ਦਲਿਤ, OBC ਭਾਈਚਾਰਿਆਂ ਅਤੇ ਖਾਸ ਕਰਕੇ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਤੇ ਧਿਆਨ ਕੇਂਦਰਿਤ ਕਰਨਾ। ਦੂਜਾ, ਸੰਗਠਨਾਤਮਕ ਤੌਰ ਤੇ ਪਾਰਟੀ ਦੀ ਤਾਕਤ ਨੂੰ ਜ਼ਮੀਨੀ ਪੱਧਰ ਤੋਂ ਯਾਨੀ ਬੂਥ ਤੋਂ ਮੁੜ ਖੜਾ ਕਰਨਾ। ਤੀਸਰਾ, ਇੱਕ ਨਵਾਂ ਬਿਰਤਾਂਤ, ਲੋਕਾਂ ਦੇ ਸਥਾਨਕ ਮੁੱਦਿਆਂ ਤੇ ਭਰੋਸਾ ਬਨਾਮ ਅਸ਼ਾਂਤੀ ਦੀ ਇੱਕ ਸਪਸ਼ਟ ਕਹਾਣੀ ਬਣਾਉਣਾ। ਅਤੇ ਚੌਥਾ, ਸਰੋਤ, ਘੱਟ ਖਰਚੇ ਵਾਲੇ ਡਿਜੀਟਲ ਸਾਧਨਾਂ ਦੀ ਸਮਝਦਾਰੀ ਨਾਲ ਵਰਤੋਂ ਕਰਨਾ ਅਤੇ ਹਾਈ ਕਮਾਂਡ ਦਾ ਸਮਰਥਨ ਹਾਸਲ ਕਰਨਾ। ਅਤੇ ਇਸ ਰਣਨੀਤੀ ਨੂੰ ਲਾਗੂ ਕਰਨ ਲਈ ਇੱਕ 90 ਦਿਨਾਂ ਦੀ ਸਮਾਬੱਧ ਯੋਜਨਾ ਬਣਾਈ ਜਾ ਸਕਦੀ ਹੈ। ਪਹਿਲੇ 30 ਦਿਨਾਂ ਵਿੱਚ ਨੀਂਹ ਮਜ਼ਬੂਤ ਕਰਨ ਅਤੇ ਸਭ ਤੋਂ ਜ਼ਰੂਰੀ, ਲੋਕਾਂ ਦੀ ਗੱਲ ਸੁਣਨ ਤੇ ਧਿਆਨ ਹੋਵੇ। ਅਗਲੇ 30 ਦਿਨ ਮੁੱਦਿਆਂ ਤੇ ਜ਼ੋਰਦਾਰ ਮੁਹਿੰਮ ਚਲਾਉਣ ਲਈ ਹੋਣ ਅਤੇ ਆਖਰੀ 30 ਦਿਨਾਂ ਵਿੱਚ ਪੂਰੀ ਤਾਕਤ ਨਾਲ ਪ੍ਰਚਾਰ ਕਰਕੇ ਇਹ ਯਕੀਨੀ ਬਣਾਉਣਾ ਕਿ ਹਰ ਸਮਰਥਕ ਪੋਲਿੰਗ ਬੂਥ ਤੱਕ ਪਹੁੰਚੇ। ਸਫਲਤਾ ਲਈ ਅੰਦਰੂਨੀ ਅਤੇ ਬਾਹਰੀ ਦੋਵਾਂ ਮੋਰਚਿਆਂ ਤੇ ਨਜ਼ਰ ਰੱਖਣੀ ਪਵੇਗੀ। ਅੰਦਰੂਨੀ ਤੌਰ ਤੇ ਸਥਾਨਕ ਕਾਰਜਕਰਤਾਵਾਂ ਨੂੰ ਸਿਖਲਾਈ ਦੇਣਾ, ਡਿਜੀਟਲ ਪਹੁੰਚ ਨੂੰ ਬਿਹਤਰ ਬਣਾਉਣਾ ਅਤੇ ਫੰਡ ਸੁਰੱਖਿਅਤ ਕਰਨਾ ਜ਼ਰੂਰੀ ਹੈ। ਬਾਹਰੀ ਤੌਰ ਤੇ ਮੌਜੂਦਾ ਸਰਕਾਰ ਖਿਲਾਫ ਵਧ ਰਹੀ ਨਾਰਾਜ਼ਗੀ ਦਾ ਲਾਭ ਉਠਾਉਣਾ, ਖੇਤੀ ਸੰਕਟ ਦਾ ਅਸਲ ਹੱਲ ਪੇਸ਼ ਕਰਨਾ ਅਤੇ ਖਿੰਡੇ ਹੋਏ ਵਿਰੋਧ ਦੇ ਸਾਹਮਣੇ ਇੱਕ ਮਜ਼ਬੂਤ ਬਦਲ ਵਜੋਂ ਖੜੇ ਹੋਣਾ ਹੋਵੇਗਾ। ਅਤੇ ਅੱਜ ਦੇ ਡਿਜੀਟਲ ਯੁੱਗ ਵਿੱਚ ਭਰੋਸਾ ਬਣਾਉਣ ਦਾ ਮਤਲਬ ਸਿਰਫ ਸੁਨੇਹੇ ਭੇਜਣਾ ਨਹੀਂ ਹੈ। ਇਸ ਦਾ ਮਤਲਬ ਹੈ ਹਰ ਇੱਕ ਵੋਟਰ ਦੀ ਨਿਜਤਾ ਦਾ ਸਤਿਕਾਰ ਕਰਨਾ। ਤਕਨਾਲੋਜੀ ਸਿਰਫ ਡਾਟਾ ਇਕੱਠਾ ਕਰਨ ਦਾ ਸਾਧਨ ਨਹੀਂ, ਸਗੋਂ ਲੋਕਾਂ ਨੂੰ ਸੁਣਨ ਦਾ ਇੱਕ ਜ਼ਰੀਆ ਹੋਣੀ ਚਾਹੀਦੀ ਹੈ। ਵੋਟਰ ਦਾ ਭਰੋਸਾ ਜਿੱਤਣਾ ਉਨ੍ਹਾਂ ਦੀ ਨਿੱਜੀ ਜਾਣਕਾਰੀ ਅਤੇ ਸਹਿਮਤੀ ਦਾ ਸਤਿਕਾਰ ਕਰਨ ਨਾਲ ਹੀ ਸ਼ੁਰੂ ਹੁੰਦਾ ਹੈ। ਆਓ ਹੁਣ ਇਸ ਗੱਲਬਾਤ ਨੂੰ ਸਿਰਫ ਇੱਕ ਸੀਟ ਜਿੱਤਣ ਤੋਂ ਉੱਪਰ ਚੁੱਕੀਏ। ਅਸਲ ਮਕਸਦ ਰਾਜਨੀਤੀ ਤੋਂ ਕਿਤੇ ਵੱਡਾ ਹੈ। ਇਹ ਇੱਕ ਅਜਿਹੇ ਸ਼ਾਸਨ ਦਾ ਮਾਡਲ ਬਣਾਉਣਾ ਹੈ ਜੋ ਵਧੇਰੇ ਜਵਾਬਦੇਹ, ਪਾਰਦਰਸ਼ੀ ਅਤੇ ਲੋਕਪੱਖੀ ਹੋਵੇ। ਜਿੱਤ ਇੱਕ ਸਾਧਨ ਹੈ, ਮੰਜ਼ਿਲ ਦਾ ਚੰਗਾ ਸ਼ਾਸਨ ਹੈ। ਤਾਂ ਇਹ ਡਾਟਾ ਇੰਜੀਨੀਅਰ ਸ਼ਾਸਨ ਕੀ ਹੈ? ਇਹ ਬਹੁਤ ਸਧਾਰਨ ਹੈ। ਇਸ ਦਾ ਮਤਲਬ ਹੈ ਕਿ ਸਰਕਾਰੀ ਨੀਤੀਆਂ ਅਤੇ ਫੈਸਲੇ ਲੋਕਾਂ ਦੀਆਂ ਅਸਲ ਮਾਪੀਆਂ ਗਈਆਂ ਲੋੜਾਂ ਦੇ ਆਧਾਰ ਤੇ ਲਏ ਜਾਣ, ਨਾ ਕਿ ਸਿਰਫ ਕਿਸੇ ਸ਼ਖਸੀਅਤ ਜਾਂ ਵਿਚਾਰਧਾਰਾ ਦੇ ਆਧਾਰ ਤੇ, ਯਾਨੀ ਅਸਲ ਲੋਕਾਂ ਲਈ ਅਸਲ ਸਮੱਸਿਆਵਾਂ ਦਾ ਹੱਲ ਕਰਨਾ। ਇਹ ਸ਼ਾਸਨ ਨੂੰ ਅੰਦਾਜ਼ਿਆਂ ਤੋਂ ਹਟਾ ਕੇ ਸਬੂਤਾਂ ਤੇ ਲਿਆਉਣ ਦੀ ਇੱਕ ਕੋਸ਼ਿਸ਼ ਹੈ। ਇੱਕ ਪਲ ਲਈ ਸੋਚੋ, ਜੇ ਹਰ ਚੋਣ ਨੂੰ ਸਿਰਫ ਸੱਤਾ ਦੀ ਲੜਾਈ ਵਜੋਂ ਨਾ ਦੇਖਿਆ ਜਾਵੇ, ਸਗੋਂ ਇਸ ਨੂੰ ਸ਼ਾਸਨ ਦੇ ਸਭ ਤੋਂ ਵੱਡੇ ਜਨਤਕ ਆਡਿਟ ਵਜੋਂ ਮੰਨਿਆ ਜਾਵੇ। ਜੇ ਅਜਿਹਾ ਹੋਵੇ ਤਾਂ ਰਾਜਨੀਤੀ ਦਾ ਪੂਰਾ ਮਕਸਦ ਹੀ ਬਦਲ ਜਾਵੇਗਾ ਅਤੇ ਇਹ ਸਹੀ ਮਾਇਨਿਆਂ ਵਿੱਚ ਲੋਕ ਸੇਵਾ ਬਣ ਜਾਵੇਗੀ। ਜੇਕਰ ਇੱਕ ਲੋਕ ਕੇਂਦਰਿਤ ਆਗੂ ਬਣਨਾ ਹੈ ਅਤੇ ਆਪਣੇ ਹਲਕੇ ਨੂੰ ਉੱਚਾ ਚੁੱਕਣਾ ਹੈ ਤਾਂ blueprintstrategies.ai ਨਾਲ mgr@blueprintstrategies.ai ਤੇ ਸੰਪਰਕ ਕਰੋ ਜਾਂ 08042041602 ਤੇ ਕਾਲ ਕਰੋ। ਮਕਸਦ ਸਿਆਸਤ ਤੋਂ ਪਰੇ।